ਜੀ ਅਸਲਾਮ ਅਲੈਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਾਡਾ ਕਾਨਫਰੰਸ ਹੈ, ਜਿਸ ਦੇ ਵਿੱਚ ਬੈਨੁਲ ਮਜ਼ਾਹਬ ਹਮਆਹੰਗੀ, ਜਿਹਦੇ ਬਾਰੇ 'ਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਮੈਂ ਸਮਝਦਾ ਹਾਂ ਕਿ ਪਾਕਿਸਤਾਨ ਦੀ ਧਰਤੀ ਦੇ ਉੱਤੇ, ਔਰ ਖ਼ਾਸ ਤੌਰ 'ਤੇ ਲਾਹੌਰ ਦੇ ਸ਼ਹਿਰ ਦੇ ਵਿੱਚ, ਜਿੱਥੇ ਅੱਜ ਇਸ ਪੰਡਾਲ ਦੇ ਵਿੱਚ ਹਰ ਧਰਮ ਦਾ, ਹਰ ਮਜ਼ਹਬ ਦਾ ਬੰਦਾ ਸ਼ਾਮਿਲ ਹੈ, ਜਿਸ ਦੇ ਵਿੱਚ ਕ੍ਰਿਸਚੈਨਿਟੀ, ਸਿੱਖ ਮਤ, ਹਿੰਦੂ ਮਤ, ਇਸਲਾਮ ਐਜ਼ ਵੈਲ ਐਜ਼ ਪਾਰਸੀ, ਬੁੱਧ ਮਤ ਸਾਰੇ ਸ਼ਾਮਿਲ ਹੋਏ। ਔਰ ਇੱਕ ਇਸ ਚੀਜ਼ ਨੂੰ ਸ਼ੋਅ ਕਰਦੇ ਹਾਂ ਕਿ ਪਾਕਿਸਤਾਨ 'ਚ ਰਹਿਣ ਵਾਲੇ ਜਿੰਨੇ ਵੀ ਧਰਮ ਨੇ, ਜਿੰਨੇ ਵੀ ਮਜ਼ਹਬ ਆ, ਉਹ ਆਪਸ ਦੇ ਵਿੱਚ ਏਕਤਾ, ਇਤਫਾਕ, ਪਿਆਰ, ਮੁਹੱਬਤ ਨਾਲ ਰਹਿੰਦੇ ਨੇ ਔਰ ਇੱਕ ਦੂਜੇ ਦੀ ਖੁਸ਼ੀ ਦੇ ਵਿੱਚ, ਗਮੀ ਦੇ ਵਿੱਚ ਸ਼ਾਮਿਲ ਹੁੰਦੇ ਨੇ। ਔਰ ਇਹੀ ਸਾਡਾ ਧਰਮ ਕਹਿੰਦਾ ਹੈ, ਇਹੀ ਸਾਡਾ ਕਲਚਰ ਕਹਿੰਦਾ ਹੈ, ਔਰ ਇਹੀ ਸਾਡਾ ਐਜ਼ ਏ ਨੈਸ਼ਨੈਲਿਟੀ ਆਫ ਪਾਕਿਸਤਾਨ ਕਹਿੰਦੀ ਹੈ। ਕਿਉਂਕਿ ਸਾਡਾ ਆਇਨ ਕਹਿੰਦਾ ਹੈ ਕਿ ਇੱਥੇ ਕੋਈ ਮਾਈਨੋਰਿਟੀ ਅਤੇ ਮੈਜੋਰਟੀ ਦੀ ਗੱਲ ਨਹੀਂ ਹੈ। ਅਸੀਂ ਸਾਰੇ ਇੱਕ ਹਾਂ, ਬੀਇੰਗ ਆ ਪਾਕਿਸਤਾਨੀ। ਅਸੀਂ ਇਸ ਪਾਕਿਸਤਾਨ ਦੇ ਬਿਲਡਿੰਗ ਬਲਾਕਸ ਬਣਨਾ ਹੈ। ਇਸ ਦੀ ਖੁਸ਼ਹਾਲੀ ਵਾਸਤੇ, ਇਸ ਦੀ ਤਰੱਕੀ ਵਾਸਤੇ ਜਿਹੜਾ ਸਭ ਤੋਂ ਪਹਿਲਾ ਮੁੱਦਾ ਹੈ, ਉਹ ਹੈ ਬੈਨੁਲ ਮਜ਼ਾਹਬ ਹਮਆਹੰਗੀ। ਅਗਰ ਆਪਸ ਦੇ ਵਿੱਚ ਸਾਡਾ ਪਿਆਰ ਰਹੇਗਾ, ਮੁਹੱਬਤ ਰਹੇਗੀ, ਅਤੇ ਫਿਰ ਸਾਡੇ ਦੇ ਵਿੱਚ ਨਾ ਕੋਈ ਵਿਤਕਰਾ ਹੈ, ਨਾ ਸਾਡੇ ਵਿੱਚ ਕੋਈ ਲੜਾਈ ਹੈ, ਨਾ ਸਾਡੇ ਵਿੱਚ ਕੋਈ ਨਫ਼ਰਤ ਹੈ। ਔਰ ਅੱਜ ਦਾ ਜਿਹੜਾ ਵਾਕਿਆ ਜੋ ਕਿ ਅਮਰੀਕਾ ਨੇ ਸ਼ੋਅ ਕੀਤਾ ਹੈ ਕਿ ਪਾਕਿਸਤਾਨ ਨੂੰ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਿਲ ਕੀਤਾ ਹੈ ਜਿਸ ਦੇ ਵਿੱਚ ਮਜ਼ਹਬੀ ਹਮਆਹੰਗੀ ਨਹੀਂ ਹੈ। ਅੱਜ ਇਹ ਫੰਕਸ਼ਨ, ਇਹ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੇ ਕਹਿਣ 'ਤੇ ਨਹੀਂ ਕੀਤਾ, ਬਲਕਿ ਆਲਰੇਡੀ ਅਰੇਂਜ ਸੀ। ਔਰ ਇਹ ਉਹਨਾਂ ਨੂੰ ਸ਼ੋਅ ਕਰਦਾ ਹੈ ਕਿ ਇੱਥੇ ਰਹਿਣ ਵਾਲੇ ਜਿੰਨੇ ਵੀ ਵਸਨੀਕ ਨੇ, ਉਹਨਾਂ ਨੂੰ ਧਰਮ ਦੀ ਕੋਈ ਐਸੀ ਤਕਲੀਫ, ਮੁਜ਼ੰਮਤ ਨਹੀਂ ਹੈ। ਅਸੀਂ ਸਾਰੇ ਆਜ਼ਾਦ ਹਾਂ। ਆਪਣੀ ਆਜ਼ਾਦੀ ਦੇ ਮੁਤਾਬਕ ਅਸੀਂ ਗੁਰਦੁਆਰੇ ਜਾਂਦੇ ਹਾਂ, ਇਬਾਦਤ ਕਰਦੇ ਹਾਂ। ਅਸੀਂ ਆਪਣੀ ਮਜ਼ਹਬੀ ਤੌਰ ਤਰੀਕੇ ਨਾਲ ਇੱਥੇ ਗਮੀ ਖੁਸ਼ੀ 'ਚ ਸ਼ਾਮਿਲ ਹੋਨੇ। ਔਰ ਮੈਂ ਅੱਜ ਇਹ ਗੱਲ ਬਿਲਕੁਲ ਵਾਜ਼ਿਹ ਤੌਰ 'ਤੇ ਕਹਿਣਾ ਚਾਹੁੰਦਾ ਕਿ ਪਾਕਿਸਤਾਨ ਦੇ ਰਹਿਣ ਵਾਲੇ ਸਿੱਖ ਕਮਿਊਨਿਟੀ ਅਗਰ ਸਿਰਫ 18 ਤੋਂ 20 ਹਜ਼ਾਰ ਹੈ, ਅਤੇ ਜ਼ਰਾ ਸੋਚੋ ਕਿ ਪੂਰੀ ਦੁਨੀਆ ਦੀ ਧਰਤੀ ਦਾ ਸਿੱਖ ਮਜ਼ਹਬ ਪਾਕਿਸਤਾਨ ਦੇ ਵਿੱਚ ਆਉਂਦਾ ਹੈ ਆਪਣੀ ਮਜ਼ਹਬੀ ਆਜ਼ਾਦੀ ਨਾਲ। ਉਹ ਗੁਰਦੁਆਰਾ ਜਨਮ ਅਸਥਾਨ ਜਾਂਦਾ ਹੈ, ਪੰਜਾ ਸਾਹਿਬ ਜਾਂਦਾ ਹੈ, ਲਾਹੌਰ ਜਾਂਦਾ ਹੈ। ਇਹ ਕੀ ਕਾਰਨ ਹੈ? ਇਹ ਕਾਰਨ ਸਿਰਫ ਇੱਕੋ ਹੀ ਹੈ ਕਿ ਅਸੀਂ ਇੱਥੇ ਪਿਆਰ ਕਰਨ ਵਾਲੇ ਜੀ ਹਾਂ। ਅਸੀਂ ਸਾਰੀ ਦੁਨੀਆ ਦੇ ਮਜ਼ਹਬਾਂ ਨੂੰ ਆਪਣੇ ਗਲਵੱਕੜੀ 'ਚ ਲੈਣ ਵਾਲੇ ਹਾਂ। ਸੋ ਮੈਂ ਸ਼ੁਕਰਗੁਜ਼ਾਰ ਹਾਂ ਗੌਰਮੈਂਟ ਆਫ ਪਾਕਿਸਤਾਨ ਦਾ, ਔਰ ਖ਼ਾਸ ਤੌਰ 'ਤੇ ਸਾਡੀ ਜਿਹੜੀ ਬੈਨੁਲ ਮਜ਼ਾਹਬ ਹਮਆਹੰਗੀ ਦੇ ਉੱਤੇ ਇੱਕ ਕਾਨਫਰੰਸ ਵਫਾਕੀ ਵਜ਼ੀਰ ਮਜ਼ਹਬੀ ਅਮੂਰ ਨੇ ਰੱਖੀ ਹੈ, ਕਿਉਂਕਿ ਇਹ ਸਾਨੂੰ ਆਪਸ ਦੇ ਵਿੱਚ ਏਕਤਾ, ਇਤਫਾਕ ਦੀ ਸਬਕ ਦਰਸਾਏਗਾ। ਇੱਕ ਵਾਰੀ ਫਿਰ ਮੈਂ ਕਹਾਂਗਾ ਕਿ ਆਪਾਂ ਸਾਰੇ ਇੱਕ ਹਾਂ ਔਰ ਇੱਕ ਰਹਿਣਾ ਹੈ। ਪਾਕਿस्तान जिंदाबाद। बिस्मिल्लाहिर्रहमानिर्रहीम। इस्लाम ने हमेशा तमाम मज़ाहिब अदियान का एहतराम करने का हुक्म दिया है, और कुरान करीम में ये इरशाद फरमाया वलक़द कर्रमना बनी आदम, कि अल्लाह ताला ने औलाद आदम की इज़्ज़त तकरीम की है। ये भी फरमाया ला इकराह फ़िद्दीन, दीन में कोई जबर नहीं है। हर एक इंसान आज़ाद है कि वो ईसाई बनना चाहे, यहूदी बनना चाहे, सिख बनना चाहे, हिंदू बनना चाहे, मुसलमान बनना चाहे। लेकिन अल्लाह ताला ने अपनी पसंद बता दी कि इन्न दीन इंदल्लाहिल इस्लाम। अमेरिका ने हमेशा जानबदारी से काम लिया, दोगलापन दिखाया है। हिंदुस्तान में जो मजहबी पाबंदियाँ हैं, जो मुसलमानों के साथ, जो ईसाइयों के साथ जुल्म व सितम हो रहा है, आज तो पूरी दुनिया में सोशल मीडिया पे हर पेज भरा पड़ा है कि मुसलमानों के साथ किस तरह सलूक किया जा रहा है। लेकिन इसके बावजूद वो पाकिस्तान के, जिसमें मैं तो बरमला ये कहूँगा कि शायद मुसलमानों को इतनी आज़ादी नहीं जितनी गैर मुस्लिमों को आज़ादी दी गई है। और हमारे गैर मुस्लिम पाकिस्तानी जितने भाई भी हैं, वो तमाम अपने अपने मज़हब में आज़ाद भी हैं, अपनी इबादत गाहों में इबादत भी करते हैं। यहाँ तक कि सड़कों पर भी उनके जो जुलूस और जो उनके प्रोग्राम होते हैं, उनमें भी कोई पाबंदी उनको नहीं है। और इस हुकूमत की तरफ से भरपूर तावन है, आवाम की तरफ से भरपूर तावन है। तो लिहाजा जितनी आज़ादी पाकिस्तान में है, इतनी मैं तसव्वुर भी नहीं कर सकता किसी और मुल्क में हो। लेकिन क्योंकि पाकिस्तान के साथ अमेरिका और उसके इत्तेहादियों की अज़ली दुश्मनी है, वो पाकिस्तान को हमेशा बदनाम करना चाहता है। चीज़ है कि वो बदनाम करे, मैं उसके हुकूमत की तरफ से या उन इदारों की तरफ से जो पाकिस्तान को इस लिस्ट में शामिल किए गए कि जहाँ मजहबी आज़ादी नहीं है, उनकी भरपूर मजम्मत करता हूँ। और उन्हें ये कहता हूँ कि आएँ और आकर देखें, आँखें खोल के देखें कि यहाँ पर कितनी आज़ादी है। आज का इज्तिमा ले लीजिए, इसमें तमाम अदियान और मज़ाहिब के लोग बैठे हैं, आज़ादी से बैठे, एक सोफ़े पे बैठे हैं, एक कुर्सी पे बैठे हैं। तो लिहाजा ये दोहरा मेयार जो है, ये
دنیا میں امن قائم کرنے کی بجائے فتنہ و فساد کا باعث بنتا ہے. لہٰذا امریکہ اور وہ عالمی حقوق بشر کے دعوے دار جو ہیں ان کو انصاف سے کام لینا چاہیے. یقیناً یہ جانبداری جو ہے یہ قوموں کے دلوں میں نفرت پیدا کرتی ہے اور یہ نفرتیں پھر آگے پھیلتی ہیں اور پھر اقوام جو ہیں وہ آپس میں دشمنی کا شاخسانہ بنتے بنتے کہاں سے کہاں چلی جاتی ہیں. حقائق کو تو کم از کم پیش کرنا چاہیے. حقائق کو جھٹلانا آج کی سوشل میڈیا کی دنیا میں جب کہ گلوبل ویلیج بن چکا ہے بہت ناممکن ہے. ہم بالکل دعوت دیتے ہیں اقوام عالم کو، دنیا کے تمام صحافیوں کو، تمام جو انصاف پسند تنظیمیں ہیں کہ آئیں پاکستان میں آ کر دیکھیں کہ یہاں پر غیر مسلموں کو کتنی آزادی ہے. اتنی آزادی آپ کو کہیں بھی نہیں ملے گی. افسوس یہی ہے کہ ہندوستان میں انسانیت کا قتل عام ہو رہا ہے، مسلمانوں کا قتل عام ہو رہا ہے، کشمیریوں کا قتل عام ہو رہا ہے، چینیوں کے ساتھ کیا سلوک کیا جا رہا ہے. لیکن اس کے باوجود اس کو بڑا پرامن اور بڑا امن پسند اور آزادی کا ملک قرار دیا گیا ہے، جو یقیناً جانبداری ہے. اور یہ جانبداری جو ہے دنیا کو امن کی بجائے فساد کی طرف لے کے جاتی ہے. میری یہ درخواست بھی ہے کہ حقیقت پسند جو ہیں تنظیمیں، ادارے وہ آ کر پاکستان میں دیکھیں اور حقائق کو لوگوں کے سامنے پیش کریں تاکہ دنیا کو پتہ چل سکے کہ پاکستان اور اسلام کا اصلی چہرہ امن سلامتی کا چہرہ ہے. بہت بہت شکریہ.